चलाई। दिल में सोच विचार कमादे, पिस्त दोजक किन पाई। काजी तैं कमन कतेब बखानी, पढ़त गुनत ऐसे सब मारे, किन्हूं खबर न जानी। काजी तैं कमन कतेब बखानी, पढ़त गुनत ऐसे सब मारे, किन्हूं खबर ना जानी। रहाओ सकत सने कर सुनत करिए, मैं न बदूंगा भाई। जाओ रे खुदाए मोह तुर्क करेगा, अपने ही कट जाय। सुनत किए तुर्क जे होएगा, औरत का क्या करिए। अर्ध शरीरी नार न छोड़े, तांते हिंदू ही रहिए। छाड़ कतेब राम भज बौरे, जुल्म करत है भारी। कबीर पकड़ी टेक राम की, तुर्क रहे पचहारी। कबीर पकड़ी टेक राम की, तुर्क रहे पचहारी। वाहिगुरू जी का खालसा, वाहिगुरू जी की फतेह। आओ गुरु के प्यार वालिओ, कोशिश कर रहे हाँ ਆਪਾਂ पिछले 3 ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਵਿੱਚੋਂ ਸਿੱਖੀ ਦੇ ਨਿਆਰੇਪਨ ਦੀ ਗੱਲ, ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਰਜਿਆ ਹੈ ਨਿਆਰਾ ਪੰਥ, ਤੇ ਇਸ ਵਿੱਚ ਜਿਹੜੀਆਂ ਗੱਲਾਂ ਆਲੇ ਦੁਆਲੇ ਵਿੱਚੋਂ ਆਣ ਕੇ ਮਿਕਸ ਕਰ ਦਿੱਤੀਆਂ ਗਈਆਂ, ਰਲਾ ਦਿੱਤੀਆਂ ਗਈਆਂ, ਤੇ ਹੌਲੀ ਹੌਲੀ ਉਹ ਸਿੱਖੀ ਦਾ ਇੱਕ ਅੰਗ ਬਣ ਗਈਆਂ। ਉਹਨਾਂ ਸਾਰਿਆਂ ਪੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। 2 ਸ਼ਬਦ ਆਪਾਂ ਇਹ ਤੋਂ ਪਹਿਲਾਂ ਵਿਚਾਰ ਚੁੱਕੇ ਹਾਂ, ਤੇ ਅੱਜ ਜਿਹੜਾ ਸ਼ਬਦ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੜ੍ਹਿਆ ਹੈ, ਇਹ ਪਾਵਨ ਸ਼ਬਦ ਆਸਾ ਰਾਗ ਦੇ ਅੰਦਰ ਬਾਬਾ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 477 ਉੱਪਰ ਦਰਜ ਹੈ। ਇੱਕ ਗੱਲ ਜ਼ਰੂਰ ਧਿਆਨ ਨਾਲ ਆਪਾਂ ਸਾਰੇ ਸਮਝੀਏ ਔਰ ਇਹਦਾ ਧਿਆਨ ਦੇਣ ਦਾ ਯਤਨ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੀ ਵਿਚਾਰਧਾਰਾ ਸਾਨੂੰ ਦਿੰਦੇ ਆ, ਉਹ ਵਿਚਾਰਧਾਰਾ ਯੂਨੀਵਰਸਲ ਹੈ, ਪੂਰੇ ਜਗਤ ਵਾਸਤੇ ਸਾਂਝੀ ਹੈ, ਪੂਰੀ ਮਾਨਵਤਾ ਨੂੰ ਕਲਾਵੇ ਵਿੱਚ ਲੈਂਦੀ ਹੈ, ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰਦੀ, ਸਗੋਂ ਸਮੁੱਚਾ ਜਗਤ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੈਦਾਇਸ਼ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਡੇ ਗੁਰੂ ਸਾਹਿਬਾਨ ਮੰਨਦੇ ਹਨ। ਔਰ ਉਹਦੇ ਨਾਲ ਨਾਲ ਕੀ ਹੁੰਦਾ ਆ ਵੀ ਇਸ ਨਿਆਰੇਪਨ ਨੂੰ ਹੌਲੀ ਹੌਲੀ ਖਤਮ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ, ਉਹ ਵਿਰੋਧੀ ਧਿਰ ਵੱਲੋਂ ਖਤਮ ਕੀਤੀਆਂ ਜਾਂਦੀਆਂ ਔਰ ਰਚੀਆਂ ਜਾਂਦੀਆਂ ਆ। ਔਰ ਉਹਨਾਂ ਸਾਰੀਆਂ ਸਾਜ਼ਿਸ਼ਾਂ ਨੂੰ ਸਮੇਂ ਰਹਿਤ ਜੇ ਸਮੇਂ ਨਾਲ ਆਪਾਂ ਸਮਝ ਲਈਏ, ਜਾਣ ਲਈਏ, ਤੇ ਅਸੀਂ ਉਹਨਾਂ ਸਾਜ਼ਿਸ਼ਾਂ ਦਾ ਸ਼ਿਕਾਰ ਨਹੀਂ ਹੁੰਦੇ, ਹਿੱਸਾ ਨਹੀਂ ਬਣਦੇ, ਸਗੋਂ ਅਸੀਂ ਆਪਣੇ ਆਪ ਨੂੰ ਉਹਨਾਂ ਬਿਮਾਰੀਆਂ ਤੋਂ ਬਚਾ ਲੈਂਦੇ ਹਾਂ। ਸੋ ਉਹਦੇ ਲਈ ਜਿਹੜਾ ਅਹਿਮ ਪੱਖ ਹੈ ਉਹ ਇਹ ਹੈ ਵੀ ਜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੇ, ਸੁਣੇ, ਸਮਝੇ, ਜਾਣੇ, ਆਪਣਾ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਕੇਂਦਰਿਤ ਕਰੇ। ਪਰ ਸਿੱਖ ਦੀ ਇੱਕ ਮੁਸ਼ਕਿਲ ਰਹੀ ਹੈ ਲੰਮੇ ਸਮੇਂ ਤੋਂ, ਜਾਂ ਇੱਦਾਂ ਕਹਿ ਲਓ ਜਿਹੜੇ ਵਿਰੋਧੀ ਨੇ ਤੁਹਾਨੂੰ ਤੁਹਾਡੇ ਅੰਦਰੋਂ ਨਿਆਰੇਪਨ ਨੂੰ ਖਤਮ ਕਰਨਾ ਹੈ, ਉਹਦੀ ਪਹਿਲੀ ਪਾਲਿਸੀ ਇਹ ਹੈ ਜਾਂ ਪਹਿਲਾ ਉਹਦਾ ਜ਼ਿੰਦਗੀ ਦਾ ਮਕਸਦ ਇਹ ਹੈ ਕਿ ਸਿੱਖ ਨੂੰ ਬਾਣੀ ਨਾਲੋਂ ਦੂਰ ਕਿਵੇਂ ਕੀਤਾ ਜਾ ਸਕਦਾ। ਹੁਣ ਜੇ ਸਿੱਧੇ ਤੌਰ 'ਤੇ ਇੱਦਾਂ ਕਹਿਣ ਵੀ ਸਿੱਖ ਬਾਣੀ ਨਾ ਪੜ੍ਹਨ, ਤੇ ਇਹ ਗੱਲ ਬੜੀ ਅਜੀਬ ਹੈ ਔਰ ਸਿੱਖ ਇਹਦਾ ਬਹੁਤ ਵੱਡੇ ਪੱਧਰ 'ਤੇ ਵਿਰੋਧ ਕਰਨਗੇ। ਜਿਹੜੇ ਨਹੀਂ ਪੜ੍ਹਦੇ ਉਹ ਵੀ ਕਹਿਣਗੇ ਵੀ ਕਿਉਂ ਨਾ ਪੜ੍ਹੀਏ।
ਪਰ ਜਦੋਂ ਉਹੋ ਹੀ ਬੰਦੇ ਇਹ ਕਹਿੰਦੇ ਆ ਵੀ ਜੇ ਸਾਰੇ ਹੀ ਬਾਣੀ ਪੜ੍ਹੋਗੇ ਤੇ ਬਾਣੀ ਬਹੁਤ ਕੀਮਤੀ ਹੈ, ਇਹਨੂੰ ਆਮ ਬੰਦਾ ਪੜ੍ਹੇਗਾ, ਪੜ੍ਹਦਿਆਂ ਗਲਤੀ ਹੋਏਗੀ ਤੇ ਇਹ ਜੇ ਗਲਤੀ ਹੋ ਗਈ ਤੇ ਪਾਪ ਲੱਗੇਗਾ, ਇਹਦੇ ਨਾਲ ਸਿੱਖਾਂ ਦਾ ਬਹੁਤ ਹਿੱਸਾ ਬਾਣੀ ਨਾਲੋਂ ਟੁੱਟ ਜਾਏਗਾ, ਪਰ ਵਿਰੋਧ ਵੀ ਕੋਈ ਨਹੀਂ ਕਰੇਗਾ, ਕਿਉਂਕਿ ਐਂ ਲੱਗੂਗਾ ਜਿਵੇਂ ਸਾਡੀ ਗੱਲ ਹੋ ਰਹੀ ਹੈ ਤੇ ਸਾਡੇ ਪੱਖ ਦੀ ਗੱਲ ਹੋ ਰਹੀ ਹੈ। ਇਹੀ ਕਾਰਨ ਬਣਿਆ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਕੁਝ ਸੰਸਥਾਵਾਂ ਦੇ ਬੰਦਿਆਂ ਨੇ ਜਾਂ ਸਾਡੇ ਕੁਝ ਧਾਰਮਿਕ ਆਗੂਆਂ ਨੇ ਸਿੱਖਾਂ ਦੇ ਘਰਾਂ ਚੋਂ ਜਾਂ ਗੁਰਦੁਆਰਿਆਂ ਵਿੱਚੋਂ ਪੁਰਾਣਾ ਸਾਹਿਤ ਕੱਢ ਕੇ, ਪੁਰਾਣੀਆਂ ਪੋਥੀਆਂ ਕੱਢ ਕੇ ਸਤਿਕਾਰ ਦੇ ਨਾਂ ਹੇਠ ਅੱਗ ਦੀ ਭੇਟਾ ਚੜਾਤੀ। ਈਵਨ ਮਤਲਬ ਸੰਭਾਲਣ ਦੀ ਥਾਂ ਤੇ ਹਰ ਦੁਨੀਆ ਦਾ ਬੰਦਾ ਆਪਣੇ ਪੁਰਾਣੇ ਸਾਹਿਤ ਨੂੰ ਸੰਭਾਲ ਕੇ ਰੱਖਦਾ ਹੈ। ਤੁਸੀਂ ਲਾਇਬ੍ਰੇਰੀਆਂ ਵਿੱਚ ਜਾਓਗੇ, ਵਿਦੇਸ਼ਾਂ ਵਿੱਚ ਲਾਇਬ੍ਰੇਰੀਆਂ ਵਿੱਚ ਵੇਖੋ, ਹਜ਼ਾਰਾਂ ਸਾਲ ਤੋਂ ਪੁਰਾਣਾ ਸਾਹਿਤ ਉਹਨਾਂ ਨੇ ਸਾਂਭ ਕੇ ਰੱਖਿਆ। ਨਿੱਕੀ ਜਿਹੀ ਵੀ ਚੀਜ਼ ਜੇ ਉਹਨਾਂ ਕੋਲ ਹੈ ਤੇ ਉਹਨਾਂ ਨੇ ਉਹਨੂੰ ਸੰਭਾਲਿਆ ਹੈ। ਪਰ ਸਾਡੀ ਬਦਕਿਸਮਤੀ ਵੀ ਸਾਡਾ ਸਤਿਕਾਰ ਦੇ ਨਾਂ ਤੇ ਅਸੀਂ ਬਾਣੀ ਪੜ੍ਹਨੋਂ ਹਟ ਗਏ ਤੇ ਸਤਿਕਾਰ ਦੇ ਨਾਂ ਤੇ ਅਸੀਂ ਬਹੁਤ ਕੀਮਤੀ ਖਜ਼ਾਨਾ ਅੱਗ ਦੀ ਭੇਟਾ ਚੜਾਤਾ। ਔਰ ਅਸੀਂ ਇਸ ਬਿਮਾਰੀ ਦਾ ਸ਼ਿਕਾਰ ਹੋਏ ਔਰ ਹੌਲੀ ਹੌਲੀ ਸਿੱਖੀ ਸਿਧਾਂਤ ਸਾਡੇ ਹੱਡੀ ਰਚਣ ਦੀ ਬਜਾਏ ਸਾਡੇ ਹੱਡਾਂ ਦੇ ਵਿੱਚ ਉਹ ਮਨੂਵਾਦੀ ਵਿਚਾਰ ਰਚ ਗਿਆ ਜਿਹਦੇ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਵਰਜਦੀ ਹੈ। ਤੇ ਅੱਜ ਬਹੁਤੇ ਧਾਰਮਿਕ ਅਖਵਾਉਣ ਵਾਲੇ ਬੰਦੇ ਵੀ, ਸ੍ਰੀ ਸਾਹਿਬ ਗੜੀ ਪਾਉਣ ਵਾਲੇ ਬੰਦੇ ਵੀ, ਸਿਰ ਤੇ ਦਸਤਾਰ ਦਮਾਲੇ ਸਜਾਉਣ ਵਾਲੇ ਬੰਦੇ ਵੀ ਇਹੋ ਜਿਹੀਆਂ ਗੱਲਾਂ ਜਾਂ ਇਹੋ ਜਿਹੀਆਂ ਵਿਚਾਰਾਂ ਕਰਦੇ ਨਜ਼ਰ ਆਉਣਗੇ ਜਿਹਦੇ 'ਚ ਗੁਰਮਤ ਜਿਹੜੀ ਹੈ ਦੂਰੋਂ ਵੀ ਕਿਤੇ ਝਲਕਦੀ ਨਹੀਂ। ਨਾ ਅਸੀਂ ਇਤਿਹਾਸ ਨੂੰ ਇਸ ਪੱਖ ਤੋਂ ਸਮਝਿਆ ਆ ਤੇ ਨਾ ਹੀ ਅਸੀਂ ਆਪਣੇ ਆਪ ਨੂੰ ਕਦੀ ਗੁਰੂ ਸਾਹਿਬ ਜੀ ਦੇ ਹਵਾਲੇ ਇਸ ਤਰ੍ਹਾਂ ਕੀਤਾ ਹੈ। ਸੋ ਅੱਜ ਦਾ ਇਹ ਪਾਵਨ ਸ਼ਬਦ ਜਿਹੜਾ ਆ, ਜਿਹਦੇ ਵਿੱਚ ਆਪਾਂ ਦੋ ਪੱਖ ਪਿਛਲੇ ਦਿਨਾਂ ਤੋਂ ਵਾਚ ਰਹੇ ਸੀਗੇ ਵੀ ਸਾਨੂੰ ਕਈ ਵਾਰ ਕਿਹਾ ਜਾਂਦਾ ਵੀ ਸਿੱਖ ਹਿੰਦੂਇਜ਼ਮ ਦਾ ਅੰਗ ਹੈ। ਕਿਸੇ ਵੀ ਫਿਰਕੇ ਨੂੰ ਜਾਂ ਕਿਸੇ ਅਸੀਂ ਮਜ਼ਹਬ ਨੂੰ ਮਾੜਾ ਨਹੀਂ ਕਹਿੰਦੇ। ਹਿੰਦੂ ਵੀਰ ਆਪਣੇ ਆਪ 'ਚ ਬਹੁਤ ਮਹਾਨ ਹੋਣਗੇ, ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਸਾਡੇ ਸੰਸਕਾਰ ਜਿਹੜੇ ਆ ਜਾਂ ਸਾਡੇ ਗੁਰੂ ਸਾਹਿਬ ਜੀ ਦੀ ਵਿਚਾਰ ਜਿਹੜੇ ਆ, ਅਸੀਂ ਉਹਦੇ ਧਾਰਨੀ ਆ, ਅਸੀਂ ਡਟ ਕੇ ਉਹਦੇ ਤੇ ਪਹਿਰਾ ਦਿੰਦੇ ਹਾਂ ਜਾਂ ਅਸੀਂ ਉਸ ਬਾਣੀ ਦੀ ਬਾਤ ਨੂੰ ਬੜੇ ਸੁਚੱਜੇ ਢੰਗ ਨਾਲ ਮੰਨਦੇ ਹਾਂ ਤੇ ਪੜ੍ਹਦੇ ਹਾਂ। ਇਸ ਲਈ ਸਾਨੂੰ ਆਪਣਾ ਨਿਆਰਾਪਨ ਬਰਕਰਾਰ ਰੱਖਣ ਦੀ ਲੋੜ ਹੁੰਦੀ ਔਰ ਉਹਦੇ ਤੇ ਸਾਨੂੰ ਪਹਿਰਾ ਦੇਣ ਦੀ। ਔਰ ਬਹੁਤ ਅਸੀਂ ਜ਼ੋਰ ਸ਼ੋਰ ਨਾਲ ਪੜ੍ਹਦੇ ਆ, ਜਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਔਰ ਬੰਦਾ ਇਹ ਗੱਲ ਕਹਿ ਕੇ ਵੀ ਵਿਪਰ ਦੀ ਰੀਤ ਦਾ ਜਿਹੜਾ ਆ ਉਹ ਧਾਰਨੀ ਬਣ ਰਿਹਾ ਹੁੰਦਾ। ਸੋ ਖੈਰ, ਇਹ ਪਾਵਨ ਸ਼ਬਦ ਵੀ ਤੁਸੀਂ 477 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਵੇਖੋਗੇ ਤਾਂ ਤੁਹਾਨੂੰ ਇਹ ਸ਼ਬਦ ਉੱਥੇ ਨਜ਼ਰ ਆਊਗਾ। ਔਰ ਉਸ ਵਕਤ ਦੇ ਧਾਰਮਿਕ ਜਿਹੜਾ ਇੱਕ ਆਗੂ ਹੈ ਕਾਜੀ, ਉਹਨੂੰ ਬਾਬਾ ਕਬੀਰ ਜੀ ਸਵਾਲ ਕਰਦੇ ਆ ਵੀ ਕਾਜੀ ਤੈਂ ਕਵਨ ਕਤੇਬ ਬਖਾਨੀ, ਤੂੰ ਕਿਹਦੇ ਬੇਸ ਤੇ, ਕਿਹੜਾ ਤੇਰੇ ਕੋਲ ਐਸਾ ਪੱਖ ਹੈ ਜਾਂ ਕਿਹੜਾ ਤੇਰੇ ਕੋਲ ਐਸਾ ਧਾਰਮਿਕ ਗ੍ਰੰਥ ਹੈ ਜਿਹਦੇ ਬੇਸ ਤੇ ਤੂੰ ਇਹ ਦਾਅਵਾ ਕਰਦਾ ਆ ਵੀ ਇੱਕ ਫਿਰਕਾ ਰੱਬ ਦੀ ਨਿਗਾਹ 'ਚ, ਅੱਲਾਹ ਤਾਲਾ ਦੀ ਨਿਗਾਹ 'ਚ ਪ੍ਰਵਾਨ ਹੋਏਗਾ ਜਿਹੜਾ ਅੱਲਾਹ ਨੂੰ ਮੰਨਦਾ ਹੋਏਗਾ, ਤੇ ਇੱਕ ਫਿਰਕਾ ਜਿਹੜਾ ਅੱਲਾਹ ਨੂੰ ਨਹੀਂ ਮੰਨਦਾ ਉਹ ਰੱਬ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ ਹੋਏਗਾ ਤੇ ਉਹ ਨਰਕ ਵਿੱਚ ਜਾਊਗਾ ਜਾਂ ਉਹ ਭਿਸਤ ਦੀ ਅੱਗ ਵਿੱਚ ਸੜਨਾ ਪਊਗਾ, ਉਹਨੂੰ ਦੋਜ਼ਖ ਦੀ ਅੱਗ ਵਿੱਚ ਉਹਨੂੰ ਜਿਹੜਾ ਹੈ ਉਹ ਸੜਨਾ ਪਊਗਾ, ਉਹਨੂੰ ਭਿਸਤ ਨਸੀਬ ਨਹੀਂ ਹੋਊਗਾ। ਮਾਫ ਕਰਿਓ। ਹੁਣ ਇਹ ਗੱਲਾਂ ਜਿਹੜੀਆਂ ਆ ਧਿਆਨ ਨਾਲ ਸਮਝੀਏ ਤਾਂ ਕਾਜੀ ਜਿਹੜਾ, ਔਰ ਇਹੀ ਕਾਰਨ ਨੇ ਵੀ ਬਾਬਾ ਕਬੀਰ ਜੀ ਹੋਣਾ ਦੇ ਜਾਂ ਸਵਾਲਾਂ ਦੇ, ਉਹਨਾਂ ਦੀਆਂ ਦਲੀਲਾਂ ਦੇ, ਉਹਨਾਂ ਦੀ ਜਿਹੜੀ ਗੱਲਬਾਤ ਹੈ, ਇਹਦਾ ਜਵਾਬ ਕਾਜੀ ਕੋਲ ਕੋਈ ਨਹੀਂ। ਕਿਸ ਬੇਸ ਤੇ ਕਾਜੀ ਕਹਿ ਸਕਦਾ ਆ ਵੀ ਇਹ ਜਿਹੜੇ ਬੰਦੇ ਆ ਇਹ ਅੱਲਾਹ ਤਾਲਾ ਨੂੰ ਚੰਗੇ ਲੱਗਦੇ ਆ ਕਿਉਂਕਿ ਇਹ ਅੱਲਾਹ ਦਾ ਨਾਮ ਜਪਦੇ ਆ, ਅੱਲਾਹ ਅੱਲਾਹ ਕਰਦੇ ਨੇ, ਇਹ ਬੰਦੇ ਅੱਲਾਹ ਨੂੰ ਨਹੀਂ ਭਾਉਂਦੇ ਕਿਉਂਕਿ ਇਹ ਰਾਮ ਕਹਿੰਦੇ ਨੇ। ਹਾਲਾਂਕਿ ਸਾਡੇ ਸਿੱਖ, ਮੈਂ ਪਿਛਲੇ ਦਿਨੀ ਵੀ ਕਿਹਾ ਸੀ ਵੀ ਅਸੀਂ ਖੁਦ ਵੀ ਇਹਦਾ ਸ਼ਿਕਾਰ ਹੋ ਰਹੇ ਹਾਂ। ਇੱਥੇ ਬਹੁਤ ਤਰ੍ਹਾਂ ਦੀ ਸਾਡੇ ਆਪਣੇ ਵਿੱਚ ਹੀ ਵੰਡੀ ਹੈ, ਖੰਡੇ ਬਾਟੇ ਦੇ ਪੌਲ ਨੂੰ ਲੈ ਕੇ, ਬਾਣੀਆਂ ਪੜ੍ਹਨ ਨੂੰ ਲੈ ਕੇ। ਈਵਨ ਇੱਕ ਵੀ ਐਸਾ ਪੱਖ ਸਿੱਖਾਂ ਦਾ ਜਿਹੜਾ ਆ ਤੁਸੀਂ ਕਿਸੇ ਜਥੇਬੰਦੀ ਦਾ ਦੂਜੀ ਜਥੇਬੰਦੀ ਨਾਲ ਮਿਲਦਾ ਨਹੀਂ ਵੇਖੋਗੇ। ਹਰ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਵਿੱਚ ਜਥੇਬੰਦੀਆਂ ਹੁੰਦੀਆਂ ਆ ਕੌਮ ਨੂੰ ਇੱਕ ਕਰਨ ਲਈ। ਪਰ ਪ੍ਰੋਬਲਮ ਇਹ ਹੈ ਵੀ ਅੱਜ ਜਥੇਬੰਦੀਆਂ 'ਚ ਹੀ ਕੌਮ ਇੰਨੀ ਬੁਰੀ ਤਰ੍ਹਾਂ ਨਾਲ ਵੰਡੀ ਹੋਈ ਹੈ ਵੀ ਹਰ ਜਥੇਬੰਦੀ ਨੇ ਆਪਣਾ ਇੱਕ ਸਿਧਾਂਤ ਘੜ ਲਿਆ, ਆਪਣੀ ਇੱਕ ਵਿਚਾਰਧਾਰਾ ਘੜ ਲਈ ਤੇ ਉਹਨੂੰ ਕਿਹਾ ਵੀ ਮੈਂ ਇਹ ਪੰਥ ਦੀ ਗੱਲ ਕਰ ਰਿਹਾ ਜਾਂ ਮੈਂ ਉਹ ਬਾਬੇ ਨਾਨਕ ਦੀ ਅਸਲੀ ਗੱਲ ਕਰ ਰਿਹਾ ਹਾਂ ਜਿਹੜੀ ਬਾਬੇ ਨਾਨਕ ਦੀ ਗੱਲ ਕਿਸੇ ਹੋਰ ਨੇ ਨਹੀਂ ਕੀਤੀ। ਤੇ ਅਸੀਂ ਜਿਹੜਾ ਆ ਉਹ ਸਾਰੇ ਪੱਖ ਨੂੰ ਗੌਰ ਨਾਲ ਨਹੀਂ ਵੇਖਦੇ। ਖੈਰ, ਜਿਹੜੀ ਮੈਂ ਗੱਲ ਕਰਦਾ ਸੀ,
ਕਾਜੀ ਤੇ ਕਵਨ ਕਤੇਬ ਬਖਾਨੀ। ਕਿਸ ਧਾਰਮਿਕ ਗ੍ਰੰਥ ਦੇ ਆਸਰੇ ਤੇ ਕਿਸ ਧਾਰਮਿਕ ਬੇਸ ਤੇ ਤੂੰ ਇਹ ਗੱਲ ਕਰਦਾ ਆ ਵੀ ਸਿਰਫ ਤੇ ਸਿਰਫ ਜਿਹੜੇ ਮੇਰੀ ਗੱਲ ਮੰਨਣਗੇ ਉਹੀ ਅੱਲਾਹ ਤਾਲਾ ਨੂੰ ਪਿਆਰੇ ਹੋਣਗੇ। ਪੜਤ ਗੁਣਤ ਐਸੇ ਸਭ ਮਾਰੇ। ਕਬੀਰ ਸਾਹਿਬ ਕਹਿੰਦੇ ਮੈਂ ਐਸੇ ਬਹੁਤ ਲੋਕਾਂ ਨੂੰ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਨੂੰ ਜਾਣਦਾ ਆ ਜਿਹੜੇ ਇਸੇ ਹਉਮੈ ਵਿੱਚ ਮਰ ਗਏ ਆ ਵੀ ਮੇਰੇ ਵਰਗਾ ਹੋਰ ਕੋਈ ਨਹੀਂ। ਹੁਣ ਇਹ ਤੁਸੀਂ ਧਿਆਨ ਵਿੱਚ ਰੱਖਿਓ ਵੀ ਇਹ ਜਿਹੜੀ ਗੱਲ ਕਿਤੇ ਵੀ ਆ ਜਾਏ ਨਾ ਬੜੀ ਖਤਰਨਾਕ ਹੁੰਦੀ ਹੈ ਵੀ ਜੋ ਮੈਂ ਆ ਬਸ ਮੈਂ ਹੀ ਹਾਂ। ਤਾਂ ਹੀ ਸ਼ਾਇਦ ਬਾਣੀ 'ਚ ਲਿਖਿਆ ਵੀ ਮੈਂ ਕਰਨ ਨਾਲ ਜਿਹੜੀ ਹੈ ਉਹ ਕਹਾਣੀ ਵਿਗੜ ਜਾਂਦੀ ਹੈ ਤੇ ਤੂੰ ਕਹਿਣ ਨਾਲ ਕਹਾਣੀ ਜਿਹੜੀ ਉਹ ਬਣ ਜਾਂਦੀ ਹੈ। ਤੇ ਬਾਣੀ ਵਿੱਚ ਇਹ ਗੱਲ ਬੜੇ ਜ਼ੋਰ ਸ਼ੋਰ ਨਾਲ ਕਹੀ ਹੈ ਵੀ ਕਿਤੇ ਵੀ ਜ਼ਿੰਦਗੀ ਦੇ ਅੰਦਰ ਤੇਰੇ ਮੈਂ ਨਾ ਪੈਦਾ ਹੋ ਜਾਏ, ਹਉ ਨਾ ਪੈਦਾ ਹੋ ਜਾਏ, ਇੱਥੇ ਤੂੰ ਪੈਦਾ ਕਰਨ ਦੀ ਗੱਲ ਜਿਹੜੀ ਹੈ ਉਹ ਬਾਣੀ ਸਾਨੂੰ ਸਮਝਾਉਂਦੀ ਹੈ। ਹੁਣ ਕਾਜੀ ਨੂੰ ਕਹਿੰਦੇ ਵੀ ਇਦਾਂ ਦੇ ਮਾਣ ਕਰਨ ਵਾਲੇ ਬੰਦੇ, ਇਦਾਂ ਦਾ ਹੰਕਾਰ ਕਰਨ ਵਾਲੇ ਬੰਦੇ ਜਿਹੜੇ ਆ ਮੈਂ ਬਹੁਤ ਵੇਖੇ ਨੇ ਜਿਨ੍ਹਾਂ ਨੂੰ ਸਿਰਫ ਇਸ ਗੱਲ ਦਾ ਹੰਕਾਰ ਹੈ ਵੀ ਮੇਰੇ ਵਰਗਾ ਕੋਈ ਦੂਜਾ ਨਹੀਂ, ਔਰ ਮਰੇ ਨੇ ਐਸੇ ਬੰਦੇ ਹੰਕਾਰ ਵਿੱਚ। ਇਹਨਾਂ ਨੂੰ ਧਰਮ ਗ੍ਰੰਥਾਂ ਦਾ, ਧਰਮ ਪੋਥੀਆਂ ਦਾ ਹੰਕਾਰ ਹੋਇਆ। ਤੇ ਅਸਲੀ ਗੱਲ ਜਿਹੜੀ ਹੈ ਕਹਿੰਦੇ ਕਿਨਹੂ ਖਬਰ ਨਾ ਜਾਣੀ, ਜਿਹੜੀ ਹਕੀਕਤ ਹੈ ਉਸ ਗੱਲ ਤੋਂ ਅਸਲ 'ਚ ਕਾਜੀ ਤੂੰ ਹੀ ਵਾਂਝਾ ਆ ਤੇ ਜਿਹੜਾ ਰਾਮ ਕਹਿਣ ਵਾਲਾ ਵੀਰ ਹੈ ਉਹ ਵੀ ਵਾਂਝਾ ਆ। ਕਿਉਂਕਿ ਆਪਾਂ ਕੱਲ ਦੇ ਸ਼ਬਦ ਵਿੱਚ ਇਸ ਗੱਲ ਤੇ ਖੁੱਲ੍ਹ ਕੇ ਚਰਚਾ ਕੀਤੀ ਸੀਗੀ, ਜਾਂ ਇਹਦੇ ਤੋਂ ਪਹਿਲਾਂ ਆਪਾਂ ਸ਼ਬਦ ਜਿਹੜੇ ਵਾਚਦੇ ਸੀ ਵੀ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਿਆ। ਪੰਡਤ ਮੁੱਲਾ ਛਾੜੇ ਦਊ ਹਮਾਰਾ ਝਗੜਾ ਰਹਾ ਨਾ ਕੋ। ਸਾਡਾ ਝਗੜਾ ਹੈ ਹੀ ਕੋਈ ਨਹੀਂ, ਕਿਉਂਕਿ ਨਾ ਅਸੀਂ ਪੰਡਤ ਵਾਲੀ ਮੰਨਦੇ ਹਾਂ ਤੇ ਨਾ ਅਸੀਂ ਮੁੱਲਾਂ ਵਾਲੀ ਮੰਨਦੇ ਹਾਂ। ਹੁਣ ਇਹ ਗੱਲ ਧਿਆਨ ਵਿੱਚ ਰੱਖੋ ਵੀ ਫਿਰ ਕਿਹਨੂੰ ਖਬਰ ਨਾ ਜਾਣੀ, ਕਿਤੇ ਇਦਾਂ ਨਾ ਹੋਵੇ ਵੀ ਸਾਡੇ ਨਾਲ ਵੀ ਇਹ ਗੱਲ ਜੁੜ ਜਾਏ ਵੀ ਤੁਸੀਂ ਗੱਲਾਂ ਤੇ ਬਾਬੇ ਨਾਨਕ ਦੀਆਂ ਕਰਦੇ ਹੋ ਪਰ ਨਾਨਕ ਜੀ ਦੀ ਅਸਲੀ ਵਿਚਾਰਧਾਰਾ ਦੀ ਖਬਰ ਤੁਹਾਡੇ ਕੋਲ ਵੀ ਨਹੀਂ ਹੈ। ਹੁਣ ਬੜੇ ਬੰਦੇ ਦਾਅਵਾ ਕਰਨਗੇ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਲਾਗੇ ਆ, ਪਰ ਕੀ ਉਹ ਜਜ਼ਬਾ ਜਾਂ ਉਹ ਹਿੰਮਤ ਜਿਹੜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੋਲ ਹੈ 9 ਸਾਲ ਦੀ ਉਮਰ ਵਿੱਚ ਜਦੋਂ ਪੰਡਤ ਹਰਦਿਆਲ ਜਨੇਊ ਪਾਉਣਾ, ਅੱਜ ਵਾਲੇ ਤਾਂ ਅਸੀਂ ਅੱਜ 21ਵੀਂ ਸਦੀ 'ਚ ਵੀ ਕਹੀ ਜਾਂਦੇ ਛੱਡੋ ਜੀ ਫਿਰ ਕੀ ਹੋਇਆ, ਇਹਦੇ ਨਾਲ ਕੀ ਫਰਕ ਪੈਂਦਾ। ਗੁਰੂ ਸਾਹਿਬ ਜੀ ਨੇ 9 ਸਾਲ ਦੀ ਉਮਰ ਵਿੱਚ ਕਿਹਾ ਵੀ ਮੈਂ ਇਹ ਧਾਰਨ ਨਹੀਂ ਕਰਨਾ। ਉਹ ਕਹਿੰਦੇ ਵੀ ਕਿਉਂ ਨਹੀਂ ਧਾਰਨ ਕਰਨਾ? ਕਹਿੰਦੇ ਮੈਂ ਬਾਅਦ 'ਚ ਦੱਸਣ ਨੂੰ ਪਹਿਲਾਂ ਇਹ ਦੱਸ ਦੇ ਵੀ ਧਾਰਨ ਕਿਉਂ ਕਰਨਾ ਹੈ। ਉਹ ਕਹਿੰਦੇ ਇਹਦੇ ਨਾਲ ਬੰਦਾ ਧਰਮੀ ਬਣਦਾ। ਮੇਰੇ ਬਾਪੂ ਨੇ ਕਿਹਾ ਭੈਣ ਨੂੰ ਪਵਾ ਦਿਓ ਮੇਰੀ ਨੂੰ, ਇਹ ਵੀ ਤਾਂ ਧਰਮੀ ਬਣਨੀ। ਕਹਿੰਦੇ ਔਰਤ ਨਹੀਂ ਪਾ ਸਕਦੀ। ਕਹਿੰਦੇ ਬਸ ਫਿਰ ਉਹ ਧਰਮ ਮੈਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਜਿਹੜਾ ਧਰਮ ਮੈਨੂੰ ਭੈਣ ਭਰਾਵਾਂ ਨੂੰ 2 ਹਿੱਸਿਆਂ 'ਚ ਵੰਡ ਦੇ। ਹੁਣ ਇੱਕ ਨੁਕਤਾ ਧਿਆਨ ਨਾਲ ਇੱਥੇ ਸਮਝ ਲਿਓ, ਤੁਹਾਡਾ ਬਾਪੂ ਗੁਰੂ ਨਾਨਕ ਪਿਤਾ ਜੀ ਇਹ ਗੱਲ ਪ੍ਰਵਾਨ ਨਹੀਂ ਕਰਦੇ ਵੀ ਉਹ ਧਰਮ ਹੀ ਨਹੀਂ ਹੁੰਦਾ ਜਿਹੜਾ ਭੈਣ ਭਰਾ ਨੂੰ 2 ਹਿੱਸਿਆਂ 'ਚ ਵੰਡ ਦੇ। ਤੇ ਅੱਜ ਧਰਮ ਦੇ ਨਾਂ ਤੇ ਅਸੀਂ ਕਿੰਨੀਆਂ ਥਾਵਾਂ ਤੇ ਵੰਡੇ ਆ, ਕਦੀ ਧਿਆਨ ਨਾਲ ਸੋਚ ਕੇ ਵੇਖਿਓ, ਕਦੀ ਗੰਭੀਰਤਾ ਨਾਲ ਸਾਰੇ ਸਰੋਤੇ ਜਨ ਇਸ ਗੱਲ ਨੂੰ ਸਮਝਣ। ਸਾਡੇ ਜਿਹੜੇ ਧਾਰਮਿਕ ਬੰਦੇ ਆ ਜਾਂ ਜਿਹੜੇ ਧਾਰਮਿਕ ਸ਼੍ਰੇਣੀ ਦੇ ਬੰਦੇ ਆ ਉਹ ਵੀ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਵਾਚਣ ਦੀ ਕੋਸ਼ਿਸ਼ ਕਰਨ ਤੇ ਸ਼ਾਇਦ ਅਸੀਂ ਗੁਰੂ ਨਾਨਕ ਦੀ ਸਿੱਖੀ ਦੇ ਲਾਗੇ ਹੋ ਸਕਦੇ ਹਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਇਸ ਬਾਤ ਨੂੰ ਆਪਾਂ ਗੰਭੀਰਤਾ ਨਾਲ ਵੇਖੀਏ। ਕਹਿੰਦੇ ਵੀ ਤੇਰੇ ਕੋਲ ਇਹ ਕਿਹੜੀ ਤਾਕਤ ਹੈ ਜਾਂ ਕਿਹੜੀ ਜਿਹੜੀ ਸ਼ਰ੍ਹਾ ਹੈ ਜਿਹਦੇ ਆਸਰੇ ਤੇ ਤੂੰ ਕਹਿੰਦਾ। ਬਾਬੇ ਨਾਨਕ ਨੇ ਕਿਹਾ ਮੈਂ ਇਹ ਜਨੇਊ ਧਾਰਨ ਨਹੀਂ ਕਰਦਾ ਕਿਉਂਕਿ ਇਹ ਵੰਡਦਾ ਹੈ। ਹੁਣ ਬਾਬੇ ਨਾਨਕ ਨੇ ਇਸ ਵੰਡੀ ਨੂੰ ਖਤਮ ਕੀਤਾ ਤੇ ਕਿਹਾ ਵੀ ਜੇ ਇਹ ਔਰਤ ਤੇ ਮਰਦ ਵਿੱਚ ਫਰਕ ਸਮਝਦਾ ਆ। ਹੁਣ ਜਿਹੜੀ ਗੱਲ ਆਪਾਂ ਪਿਛਲੇ 2 ਦਿਨਾਂ ਤੋਂ ਕਰਦੇ ਆ ਨਾ ਵੀ ਸਿੱਖ ਇੱਕੋ ਜਿਹਾ ਕਿੱਦਾਂ ਹੋ ਗਿਆ ਜਾਂ ਸਿੱਖ ਦਾ ਨਿਆਰਾਪਨ ਕੀ ਹੈ। ਮੁਸਲਮਾਨ ਵੀਰ ਔਰਤ ਨੂੰ ਉਹ ਥਾਂ ਨਹੀਂ ਦਿੰਦੇ ਜੋ ਮਰਦ ਨੂੰ ਦਿੰਦੇ ਨੇ। ਉਹਨਾਂ ਦਾ ਮੰਨਣਾ ਇਹ ਹੈ ਵੀ ਅੱਲਾਹ ਤਾਲਾ ਮਰਦਾਂ ਨੂੰ ਮੁਕਤੀ ਦਿੰਦਾ ਹੈ, ਔਰਤ ਨੂੰ ਮੁਕਤੀ। ਇੱਦਾਂ ਹੀ ਹਿੰਦੂਇਜ਼ਮ ਮੰਨਦਾ ਆ ਥੋੜੇ ਫਰਕ ਨਾਲ, ਪਰ ਗੁਰਮਤ ਇੱਦਾਂ ਨਹੀਂ ਮੰਨਦੀ। ਹਾਂ ਹੁਣ ਸਾਨੂੰ ਕੋਈ ਸਵਾਲ ਇਹ ਵੀ ਕਰ ਸਕਦਾ ਹੈ ਵੀ ਤੁਹਾਡੇ ਸਿੱਖਾਂ 'ਚ ਵੀ ਤਾਂ ਇੱਦਾਂ ਹੀ ਹੈ, 5 ਪਿਆਰਿਆਂ 'ਚ ਭੈਣਾਂ ਸ਼ਾਮਲ ਨਹੀਂ ਹੋ ਸਕਦੀਆਂ। ਉਹ ਫਿਰ ਵੇਖੋ ਬਾਬੇ ਨਾਨਕ ਦੀ ਵਿਚਾਰਧਾਰਾ ਇਹ ਗੱਲ ਨਹੀਂ ਕਹਿੰਦੀ। ਅਕਾਲ ਤਖਤ ਦੀ ਰਹਿਤ ਮਰਿਆਦਾ 'ਚ ਬਕਾਇਦਾ ਲਿਖਿਆ ਹੈ ਵੀ 5 ਪਿਆਰਿਆਂ ਦੇ ਵਿੱਚ ਔਰਤਾਂ ਵੀ ਸ਼ਾਮਲ ਹੋ ਸਕਦੀਆਂ। ਹੁਣ ਦੂਜੀ ਗੱਲ ਕੋਈ ਇਹ ਵੀ ਕਰ ਸਕਦਾ ਵੀ ਠੀਕ ਹੈ ਤੁਸੀਂ ਇਹ ਤਾਂ ਕਹਿਤਾ ਰਹਿਤ ਮਰਿਆਦਾ 'ਚ ਲਿਖਿਆ ਵੀ 5 ਪਿਆਰਿਆਂ 'ਚ, ਤੁਹਾਡੇ ਤਾਂ ਦਰਬਾਰ ਸਾਹਿਬ ਭੈਣਾਂ ਕੀਰਤਨ ਨਹੀਂ ਕਰਦੀਆਂ, ਜੇ ਉਹ ਨਹੀਂ ਮਾਨਤਾ ਦਿੰਦੇ ਤੁਸੀਂ ਕਿਹੜੀ ਦਿੰਦੇ ਹੋ। ਫਿਰ ਵੇਖਿਓ ਕਿਸੇ ਇੱਕ ਥਾਂ ਤੇ ਕਿਸੇ ਬੰਦੇ ਦੀ ਚੱਲਦੀ ਹੋ ਸਕਦੀ ਹੈ, ਬਾਬੇ ਨਾਨਕ ਦੀ ਚੱਲਦੀ ਹੋਏਗੀ ਨਾ ਤਾਂ ਕਹਿੰਦਾ ਨਾ ਵੀ ਜਿਹੜੇ ਸਾਡੇ ਧਾਰਮਿਕ ਅਸਥਾਨ ਹੈ ਨਾ ਉਹ ਬੰਦਿਆਂ ਦੇ ਗੁਲਾਮ ਹੋ ਗਏ। ਹਾਲਾਂਕਿ ਬੰਦੇ ਉਸ ਵਿਚਾਰਧਾਰਾ ਦੇ ਗੁਲਾਮ ਹੋਣੇ ਚਾਹੀਦੇ ਸੀ ਔਰ ਉਹ ਨਹੀਂ ਹੋਏ। ਹੁਣ ਉਹੀ ਹੈ ਨਾ ਵੀ ਜਦੋਂ ਤੁਸੀਂ ਇਸ ਤਰ੍ਹਾਂ ਨਾਲ ਸਾਰੀ ਚੀਜ਼ ਨੂੰ ਵੇਖਦੇ ਹੋ, ਇਹਦਾ ਮਤਲਬ ਹੈ ਤੁਹਾਡੇ ਪਿੱਛੇ ਕਿਤੇ ਨਾ ਕਿਤੇ ਝਲਕ ਉਹੋ ਹੀ ਪੈ ਰਹੀ ਹੈ ਜਿਹੜੀ ਝਲਕ
ਹਿੰਦੂਇਜ਼ਮ ਵਿੱਚ ਜਾਂ ਉਹ ਮਨੂ ਸਿਮਰਤੀਆਂ ਵਿੱਚ ਪੈਂਦੀ ਹੈ ਵੀ ਔਰਤ ਜਿਹੜੀ ਹੈ ਉਹ ਬਰਾਬਰਤਾ ਦਾ ਰੁਤਬਾ ਹਾਸਲ ਨਹੀਂ ਕਰ ਸਕਦੀ, ਜਾਂ ਇਹਨੂੰ ਬਰਾਬਰਤਾ ਦਾ ਮਾਣ ਜਿਹੜਾ ਆ ਉਹ ਨਹੀਂ ਮਿਲਣਾ ਚਾਹੀਦਾ। ਹੁਣ ਗੱਲ ਆਪਾਂ ਜਿਹੜੀ ਕਰਦੇ ਸੀ ਵੀ ਇਹ ਕੇਸ ਬੇਸ ਤੇ, ਤਾਂ ਕੇਸ ਆਧਾਰ ਤੇ ਕਹਿਣਾ ਹੈ। ਤੇ ਕੱਲ ਜੇ ਅਸੀਂ ਕਿਹਾ ਵੀ ਪੰਜਾਂ ਪਿਆਰਿਆਂ 'ਚ ਜਾਂ ਦਰਬਾਰ ਸਾਹਿਬ ਭੈਣਾਂ ਕੀਰਤਨ ਨਹੀਂ ਕਰ ਸਕਦੀਆਂ, ਤੇ ਸਾਨੂੰ ਵੀ ਕੋਈ ਸਵਾਲ ਕਰੂਗਾ ਵੀ ਕੇਸ ਆਧਾਰ ਤੇ ਕਹਿੰਦੇ ਹੋ, ਜਦੋਂ ਇੱਥੇ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਉੱਥੇ ਤਾਂ ਪੜ੍ਹਿਆ ਜਾਂਦਾ ਆ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਉਹ ਸਾਰੀ ਪੌੜੀ ਨੂੰ ਜਦੋਂ ਤੁਸੀਂ ਪੜ੍ਹੋਗੇ ਵੀ ਔਰਤ ਤੋਂ ਬਿਨਾਂ ਤਾਂ ਅਸੀਂ ਅਸਲ ਸੰਸਾਰ ਅੱਗੇ ਵਧ ਹੀ ਨਹੀਂ ਸਕਦਾ। ਹੁਣ ਇਹ ਚੀਜ਼ਾਂ ਸਾਡੇ 'ਚ ਆਈਆਂ ਇਸੇ ਕਰਕੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਨਾ, ਵੀ ਅਸੀਂ ਆਪਣੇ ਪੱਖ ਨੂੰ ਸਪਸ਼ਟ ਕਰੀਏ ਵੀ ਸਾਡੀ ਕਿਸੇ ਨਾਲ ਵੀ ਕੋਈ ਵਿਚਾਰਧਾਰਾ ਨਾ ਰਲਦੀ ਹੋਵੇ। ਅਸੀਂ ਦਰਬਾਰ ਸਾਹਿਬ ਸਾਰਿਆਂ ਵਾਸਤੇ ਸਾਡੇ ਸਾਂਝੇ ਆ, ਪਰ ਸਾਡਾ ਇੱਕ ਨਿਆਰਾਪਨ ਹੈ, ਉਹਨੂੰ ਅਸੀਂ ਕਾਇਮ ਕਰੀਏ। ਉਸ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਆਪਾਂ ਜਿਹੜੇ ਆ ਉਹ ਸਾਰੇ ਕਰੀਏ। ਹੁਣ ਕਬੀਰ ਸਾਹਿਬ ਫਿਰ ਸਵਾਲ ਕਰਦੇ ਇੱਕ ਪਹਿਲੇ ਬੰਦ ਵਿੱਚ, ਕਹਿੰਦੇ ਮੈਨੂੰ ਇਹ ਦੱਸ ਹਿੰਦੂ ਤੁਰਕ ਕਹਾਂ ਤੇ ਆਇਆ। ਜਦੋਂ ਜੀਵ ਜੰਮਦਾ ਆ ਉਹ ਹਿੰਦੂ ਜੰਮਦਾ ਕਿ ਤੁਰਕ ਜੰਮਦਾ? ਕੋਈ ਬੰਦਾ ਇਹ ਜਵਾਬ ਨਹੀਂ ਦੇ ਪਾਊਗਾ ਵੀ ਉਹ ਮੁਸਲਮਾਨ ਜੰਮਦਾ ਆ ਕਿ ਉਹ ਹਿੰਦੂ ਜੰਮਦਾ ਆ। ਉਹ ਇਨਸਾਨ ਜੰਮਦਾ ਆ, ਜੰਮਣ ਤੋਂ ਬਾਅਦ ਫਿਰ ਉਹਦੇ ਤੇ ਮੋਹਰ ਲਾ ਦਿੱਤੀ ਜਾਂਦੀ ਹੈ ਵੀ ਇਹ ਹਿੰਦੂ ਹੈ ਤੇ ਇਹ ਮੁਸਲਮਾਨ ਹੈ। ਜਿਹੜਾ ਹਿੰਦੂ ਦੇ ਘਰ ਜੰਮ ਪਿਆ ਉਹ ਹਿੰਦੂ ਹੈ, ਮੁਸਲਮਾਨ ਦੇ ਘਰ ਜੰਮ ਪਿਆ ਉਹ ਮੁਸਲਮਾਨ ਹੈ। ਹੁਣ ਇਸ ਪੱਖ ਤੋਂ ਵੀ ਜਦੋਂ ਇਹ ਗੱਲ ਕਰ ਰਹੇ ਹਾਂ ਤੇ ਤੁਹਾਡੇ ਕਈਆਂ ਦੇ ਮਨਾਂ 'ਚ ਆਉਂਦਾ ਹੋਣਾ ਵੀ ਫਿਰ ਸਿੱਖ ਬਾਰੇ ਕੀ ਖਿਆਲ ਹੈ ਤੁਹਾਡਾ, ਵੀ ਜੰਮਦਾ ਤਾਂ ਸਿੱਖ ਵੀ ਨਹੀਂ ਹੈ। ਵੈਸੇ ਸਿੱਖ ਬੇਸਿਕਲੀ ਜੰਮਦਾ ਆ। ਤੁਸੀਂ ਵੇਖੋਗੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰ ਦੀ ਗੱਲ ਕਰੋਗੇ ਨਾ, ਵੀ ਮੈਂ ਬੜੀ ਵਾਰ ਇਹ ਦਲੀਲ ਦਿੱਤੀ ਹੈ ਵੀ 4 ਮਜ਼ਹਬਾਂ ਦੀ ਬੜੀ ਗੱਲ ਚੱਲਦੀ ਹੈ, ਹਿੰਦੂ, ਮੁਸਲਿਮ, ਸਿੱਖ ਤੇ ਈਸਾਈ। ਤੇ ਮੈਂ ਇਸ ਕਰਕੇ ਨਹੀਂ ਵੀ ਅਜੇ ਇੱਕ ਸਿੱਖ ਪ੍ਰਚਾਰਕ ਕਹਿ ਰਿਹਾ ਵੀ ਵੇਖੋ ਸਿੱਖ ਤਾਂ ਜੰਮਦਾ ਆ, ਨਹੀਂ, ਉਹਨੂੰ ਬਰੀਕੀ ਨਾਲ ਤੁਸੀਂ ਵੇਖੋਗੇ ਨਾ ਜਦੋਂ, ਹਾਲਾਂਕਿ ਸਿੱਖੀ ਵਿਚਾਰਧਾਰਾ ਦਾ ਨਾਮ ਹੈ। ਬਾਏ ਬਰਥ ਕੋਈ ਸਿੱਖ ਨਹੀਂ ਹੁੰਦਾ, ਬਾਏ ਜਨਮ ਕੋਈ ਸਿੱਖ ਨਹੀਂ ਹੁੰਦਾ। ਜੇ ਕੋਈ ਸਿੱਖ ਦੇ ਘਰ ਜੰਮ ਪਿਆ ਉਹ ਸਿੱਖ ਨਹੀਂ ਹੁੰਦਾ। ਪਰ ਇੱਕ ਪੱਖ ਜ਼ਰੂਰ ਧਿਆਨ 'ਚ ਰੱਖਿਓ ਵੀ ਤੁਸੀਂ ਜਿਹੜੀ ਵਿਚਾਰਧਾਰਾ ਬਾਬੇ ਨਾਨਕ ਨੇ ਦਿੱਤੀ ਹੈ, ਜਾਂ ਜਿਹਨੂੰ ਅਸੀਂ ਪ੍ਰਫੁੱਲਤ ਕਰ ਰਹੇ ਹਾਂ, ਜਾਂ ਜੋ ਅਸੀਂ ਬਾਣੀ ਵਿੱਚੋਂ ਵੇਖ ਰਹੇ ਹਾਂ, ਜਾਂ ਸਾਡਾ ਇਤਿਹਾਸ ਜਿਹਦੇ ਤੇ ਮੋਹਰ ਲਾਉਂਦਾ ਹੈ, ਉਹ ਗੱਲ ਇੱਦਾਂ ਆ ਵੀ ਤੁਸੀਂ ਸਿੱਖ ਜਦੋਂ 4 ਧਰਮਾਂ ਦੇ ਜਿਹੜੇ ਸੋਕਾੜ ਮੰਨੇ ਜਾਂਦੇ ਆ, ਉਹਨਾਂ ਬੱਚਿਆਂ ਨੂੰ ਜਨਮ ਲੈਣ ਦਿਓ ਔਰ ਉਹਨਾਂ ਦੀ ਦੇਖਭਾਲ ਬੜੀ ਇਮਾਨਦਾਰੀ ਨਾਲ ਕਰੋ। ਉਹਨਾਂ ਨੂੰ ਸਾਫ਼ ਸੁਥਰੇ ਰੱਖੋ, ਉਹਨਾਂ ਦੇ ਕੇਸ ਵਾਹੋ, ਸਾਰਾ ਕੁਝ ਉਹਨਾਂ ਦਾ ਐਂ ਇਮਾਨਦਾਰੀ ਨਾਲ 5 ਸਾਲ ਤੱਕ ਐਂ ਜ਼ਿੰਮੇਵਾਰੀ ਨਿਭਾਓ। 5 ਸਾਲਾਂ ਬਾਅਦ ਉਹ ਇੱਕੇ ਥਾਂ ਤੇ ਉਹਨਾਂ ਨੂੰ ਜੰਮਣ ਦਿਓ, ਇੱਕੇ ਥਾਂ ਤੇ ਉਹਨਾਂ ਨੂੰ ਪਰਵਰਿਸ਼ ਹੋਣ ਦਿਓ, ਪੜ੍ਹਨ ਦਿਓ, ਬੋਲਣ ਦਿਓ, ਲਿਖਣ ਦਿਓ। 5 ਸਾਲਾਂ ਬਾਅਦ 6 ਸਾਲਾਂ ਬਾਅਦ ਉਹ ਬੱਚੇ ਖੜੇ ਕਰ ਦਿਓ। ਕਿਸੇ ਨੋਰਮਲ ਜਿਹੇ ਬੰਦੇ ਤੋਂ ਪੁੱਛ ਲਓ ਵੀ ਇਹ ਕਿਹਨਾਂ ਦੇ ਬੱਚੇ ਆ। ਮੈਨੂੰ ਲੱਗਦਾ ਪਹਿਲਾ ਸ਼ਬਦ ਜਿਹੜਾ ਹੋਊਗਾ ਨਾ ਉਹਦੇ ਮੂੰਹ ਤੇ ਵੀ ਇਹ ਤਾਂ ਸਿੱਖਾਂ ਦੇ ਬੱਚੇ ਲੱਗਦੇ ਆ। ਹੁਣ ਸੁੰਨਤ ਕਰਕੇ ਮੁਸਲਮਾਨ ਬਣਾਉਣਾ ਪਊਗਾ ਤੇ ਬੋਧੀ ਰੱਖ ਕੇ ਜਿਹੜਾ ਆ ਉਹ ਹਿੰਦੂ ਬਣਾਉਣਾ ਪਊਗਾ। ਪਰ ਜਿਵੇਂ ਕੁਦਰਤ ਜਨਮ ਦਿੰਦੀ ਹੈ, ਜਿਵੇਂ ਕੁਦਰਤ ਦਾ ਸਿਲਸਿਲਾ ਆ, ਉਹਨੂੰ ਉਦਾਂ ਹੀ ਰੱਖਿਆ ਜਾਏ ਤੇ ਉਹ ਸਿੱਖੀ ਵਾਲੀ ਵਿਚਾਰਧਾਰਾ ਦਾ ਬਾਹਰੀ ਤੌਰ ਤੇ ਵੀ, ਹਾਲਾਂਕਿ ਮੈਂ ਫਿਰ ਕਹਿ ਰਿਹਾ ਸਿੱਖੀ ਵਿਚਾਰਧਾਰਾ ਦਾ ਨਾਮ, ਭੇਖ ਦਾ ਨਾਮ ਸਿੱਖੀ ਨਹੀਂ ਹੈ। ਕੋਈ ਬੰਦਾ ਕੇਸ ਦਾੜੀ ਕੱਲੇ ਰੱਖ ਕੇ ਕਹੇ ਮੈਂ ਸਿੱਖ ਬਣ ਗਿਆ ਨਾ, ਫਿਰ ਆਪਾਂ ਬਹੁਤ ਬੁਰੀ ਤਰ੍ਹਾਂ ਨਾਲ ਉਲਝ ਜਾਵਾਂਗੇ। ਕੇਸ ਦਾੜੀ ਕੱਲੇ ਸਿੱਖ ਨਹੀਂ ਆ। ਹਾਂ, ਸਿੱਖੀ ਵਿੱਚ ਕੇਸ ਦਾੜੀ ਬਹੁਤ ਵੱਡੀ ਜਿਹੜੀ ਹੈ ਅਹਿਮੀਅਤ ਰੱਖਦੇ ਆ। ਹੁਣ ਕਈ ਸਾਡੇ ਵੀਰਾਂ ਭੈਣਾਂ ਨੂੰ ਇਸ ਪੱਖ ਤੋਂ ਹੀ ਬੜੀ ਪ੍ਰੋਬਲਮ ਹੋਣ ਲੱਗ ਪਈ ਹੈ ਵੀ ਜੇ ਸਿੱਖਿਆ ਤੇ ਕੇਸਾਂ ਦੀ ਕੀ ਲੋੜ ਹੈ, ਵਿਚਾਰ ਚੰਗੇ ਹੋਣੇ ਚਾਹੀਦੇ ਆ। ਇਹ ਠੀਕ ਹੈ ਗੱਲ ਵੀ ਵਿਚਾਰ ਚੰਗੇ ਹੋਣੇ ਚਾਹੀਦੇ ਆ, ਪਰ ਉਹ ਬਾਹਰੀ ਪੱਖ ਨੂੰ ਵੀ ਆਪਾਂ ਜ਼ਰੂਰ ਧਿਆਨ ਨਾਲ ਰੱਖੀਏ। ਖੈਰ, ਇਹ ਗੱਲ ਕਿੱਥੋਂ ਆ ਗਈ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਾਜੀ ਜੀ ਵੀ ਇਹ ਅੱਲਾ ਦੇ ਬੰਦੇ ਨੇ ਤੇ ਅੱਲਾ ਦੇ ਦਰ ਤੇ ਪ੍ਰਵਾਨ ਹੋਣਗੇ। ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਦੇ, ਪਿਸਤ ਦੋਜਕ ਕਿਨ ਪਾਈ। ਇਹ ਪਿਸਤ ਤੇ ਦੋਜਕ ਨਾਂ ਤੇ ਅੱਲਾ ਨੇ ਘੜਿਆ ਹੈ। ਇਹ ਤਾਂ ਤੇਰੀ ਸ਼ੈਤਾਨੀ ਦਿਮਾਗ ਵਿੱਚੋਂ ਘੜੀ ਗਈ ਘਾੜਤ ਹੈ। ਤੂੰ ਡਰਾਉਣਾ ਆ ਬੰਦਿਆਂ ਨੂੰ ਦੋਜਕ ਦੇ ਨਾਂ ਤੇ, ਪਿਸਤ ਦਾ ਲਾਲਚ ਦਿੰਦਾ ਆ ਦੋਜਕ ਦਾ। ਤੇ ਸਾਡੇ 'ਚ ਵੀ ਇਹ ਨਰਕ ਸਵਰਗ ਦਾ 90% ਬੰਦੇ ਮੈਂ ਸਮਝਦਾ ਅੱਜ ਧਰਮ ਦੀ ਦੁਨੀਆ ਵਿੱਚ ਜਾਂ ਡਰ ਕਰਕੇ ਨੇ ਜਾਂ ਲਾਲਚ ਕਰਕੇ ਨੇ। ਇਮਾਨਦਾਰੀ ਕਰਕੇ ਤੇ ਬੰਦਾ ਹੈ ਹੀ ਨਹੀਂ ਧਰਮ ਦੀ ਦੁਨੀਆ 'ਚ, ਇਮਾਨਦਾਰੀ ਥੋੜੀ ਹੈ। ਸੋ ਡਰ ਤੇ ਲਾਲਚ ਗੁਰੂ ਸਾਹਿਬ ਜੀ ਸਾਡੇ ਅੰਦਰੋਂ ਕੱਢਦੇ ਆ। ਉੱਥੇ ਵੀ ਉਹ ਡਰ ਤੇ ਲਾਲਚ ਹੈ। ਅਸੀਂ ਵੀ ਉਸੇ ਤਰ੍ਹਾਂ ਦੀ ਗੱਲ ਸਾਡੇ 'ਚ ਵੇਖੋ ਜੀ, ਜੇ ਆਮ ਧਾਰਨਾ ਆ ਸਾਡੀ ਵੀ ਜੇ ਗਲਤੀ ਕਰਾਂਗੇ, ਜੇ ਮਾੜਾ ਕੰਮ ਕਰਾਂਗੇ ਰੱਬ ਨੇ ਨਰਕਾਂ 'ਚ ਪਾ ਦੇਣਾ। ਪਾ ਨਹੀਂ ਦੇਣਾ। ਜੇ ਮਾੜਾ ਕੀਤਾ ਤੇ ਨਰਕ ਵਿੱਚ ਹੀ ਹੈ, ਬਾਅਦ 'ਚ ਨਹੀਂ ਕਿਸੇ ਥਾਂ ਤੇ ਤੈਨੂੰ ਨਰਕ 'ਚ ਜਾ ਕੇ ਪਾਉਣਾ।
ਸੋ ਇਹ ਗੱਲ ਅਸੀਂ ਧਿਆਨ ਨਾਲ ਸਮਝਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰੀਏ। ਇਹ ਭਿਸ ਦੋਜਕ ਦੀਆਂ ਗੱਲਾਂ ਮੂਰਖਾ, ਝਗੜਾਲੂ, ਈਰਖਾਲੂ ਬੰਦਿਆ ਤੂੰ ਪੈਦਾ ਕੀਤੀਆਂ ਆ ਤਾਂ ਕਿ ਤੂੰ ਆਪਣੇ ਬੰਦਿਆਂ ਨੂੰ ਮੋਹਰ ਲਾ ਕੇ ਆਪਣੇ ਨਾਲ ਜੋੜ ਸਕਦਾ ਹੋਵੇਂ। ਤੂੰ ਆਪਣਾ ਕਾਫਲਾ ਵੱਡਾ ਕਰ, ਤੈਨੂੰ ਧਰਮ ਵੱਡਾ ਹੋਣ ਨਾਲ ਫਰਕ ਥੋੜੀ ਪੈਂਦਾ ਹੈ। ਤੈਨੂੰ ਸਮਾਜ ਖੂਬਸੂਰਤ ਹੋ ਜਾਏ ਇਹਦੇ ਨਾਲ ਫਰਕ ਥੋੜੀ ਪੈਂਦਾ। ਸਾਰੀ ਦੁਨੀਆ ਇੱਕ ਦੂਜੇ ਦੀ ਕਦਰ ਕਰੇ ਇਹਦੇ ਨਾਲ ਫਰਕ ਥੋੜੀ ਪੈਂਦਾ ਹੈ। ਅਸੀਂ ਸ਼ਨਾਖਤ ਹੀ ਇਦਾਂ ਕਰਦੇ ਹਾਂ ਬੰਦਿਆਂ ਦੀ ਵੀ ਅੱਛਾ ਆ ਟੋਪੀ ਵਾਲਾ, ਆ ਬੋਦੀ ਵਾਲਾ, ਆ ਪੱਗ ਵਾਲਾ। ਨਹੀਂ, ਅਸੀਂ ਸ਼ਨਾਖਤ ਇਦਾਂ ਕਰੀਏ ਬੰਦਾ ਵੀ ਬੰਦਾ ਰੱਬ ਦਾ ਕਿਹੜਾ ਆ, ਰੱਬ ਦੇ ਬੰਦੇ ਕਿਹੜੇ ਆ। ਫਿਰ ਗੁਰੂ ਸਾਹਿਬ ਕਹਿੰਦੇ ਸਖਤ ਸਨੇਹ ਕਰ ਸੁਨਤ ਕਰੀਏ ਮੈਂ ਨਾ ਬਦੂੰਗਾ। ਭਾਈ ਕਬੀਰ ਸਾਹਿਬ ਕਹਿੰਦੇ ਸਿੱਧਾ ਲੌਜਿਕ ਦੇ ਤੁਸੀਂ ਵੀ ਜਿਹੜੀ ਸੁਨਤ ਕਰਦੇ ਹੋ ਉਹ ਔਰਤ ਦੇ ਪਿਆਰ ਲਈ ਕਰਦੇ ਹੋ, ਪਰ ਤੁਸੀਂ ਜੋੜ ਲਿਆ ਇਹਨੂੰ ਧਰਮ ਨਾਲ। ਤੁਸੀਂ ਕਹਿੰਦੇ ਹੋ ਵੀ ਇਹਦੇ ਨਾਲ ਬੰਦਾ ਧਰਮੀ ਬਣਦਾ ਸੁਨਤ ਕਰਕੇ। ਜੌਰੇ ਖੁਦਾਏ ਮੋਹਿ ਤੁਰਕ ਕਰੇਗਾ। ਜੇ ਸਾਰਾ ਸਰੀਰ ਦਾ ਸਟਰਕਚਰ ਉਹਨੇ ਬਣਾ ਲਿਆ ਤੇ ਸੁਨਤ ਕਰਨ ਦੀ ਉਹਨੇ ਗੱਲ ਤੇਰੇ ਤੇ ਥੋੜੀ ਛੱਡ ਦੇਣੀ ਹੈ। ਫਿਰ ਸੁਨਤ ਵੀ ਉਹ ਕਰ ਦੂਗਾ। ਜੇ ਜੌਰੇ ਖੁਦਾਏ ਮੋਹਿ ਤੁਰਕ ਕਰੇਗਾ ਆਪਣੇ ਹੀ ਕੱਟ ਜਾਈ। ਮੈਂ ਤੇਰੀ ਗੱਲ ਕਿਉਂ ਮੰਨਾਂ? ਜੇ ਖੁਦਾ ਵਾਕਈ ਸੁਪਰ ਪਾਵਰ ਹੈ, ਸਭ ਤੋਂ ਵੱਡੀ ਪਾਵਰ ਹੈ, ਤਾਂ ਫਿਰ ਉਹ ਇੰਨਾ ਕੁ ਕੰਮ ਵੀ ਕਰ ਲੂ। ਜਿਹਨੇ ਸਰੀਰ ਬਣਾ ਲਿਆ, ਸਾਹ ਪਾਤੇ ਇਹਦੇ ਅੰਦਰ, ਇਹ ਮਿੱਟੀ ਦੇ ਚੰਮ ਨੂੰ ਤੁਰਨ ਲਾਤਾ, ਤੇ ਨਿੱਕੀ ਜੀ ਗੱਲ ਉਹਦੇ ਵਾਸਤੇ ਕਿੱਡੀ ਕੁ ਵੱਡੀ ਗੱਲ ਉਹ ਵੀ ਉਹ ਕਰ ਸਕਦਾ ਆ, ਉਹ ਵੀ ਉਹ ਕਰ ਲਊਗਾ। ਫਿਰ ਮੈਂ ਇਹ ਨਹੀਂ ਕਰੂੰਗਾ। ਹੁਣ ਇਸ ਚੀਜ਼ ਨੂੰ ਜਦੋਂ ਤੁਸੀਂ ਬਰੀਕੀ ਨਾਲ ਸਮਝੋਗੇ ਤੇ ਸਮਝ ਲੱਗੂਗੀ ਵੀ ਸਿੱਖ ਨਿਆਰੇ ਆ, ਅਸੀਂ ਨਿਆਰੇਪਨ ਦੇ ਮਾਲਕ ਆ। ਸਾਡੀ ਕਿਸੇ ਵੀ ਚੀਜ਼ ਨਾਲ ਇਦਾਂ ਦਾ ਮੇਲ ਜਿਹੜਾ ਹੈ ਉਹ ਨਹੀਂ ਖਾਂਦਾ। ਸੁਨਤ ਕੀ ਹੈ ਤੁਰਕ ਜੇ ਹੋਏਗਾ ਔਰਤ ਕਿਆ ਕਰੀਏ। ਚੱਲ ਕਰ ਲੈਣਾ ਤੇਰੇ ਆਖੇ ਲਾ ਕੇ, ਮੰਨ ਲਿਆ ਕਾਜੀ 2 ਮਿੰਟ ਲਈ ਤੇਰੀ ਗੱਲ ਮੰਨ ਲਾ ਵੀ ਮੈਂ ਸੁਨਤ ਕਰ ਲੂੰ, ਪਰ ਮੇਰੀ ਪਤਨੀ ਔਰਤ, ਫਿਰ ਰਹਿ ਜਾਣੀ ਗੱਲ ਉੱਥੇ। ਔਰਤ ਕਿਆ ਕਰੀਏ? ਅੱਛਾ, ਜੇ ਉਹਨੇ ਮੁਸਲਮਾਨ ਨਹੀਂ ਹੋਣਾ, ਅਰਧ ਸਰੀਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀ ਹੈ। ਜੇ ਤਾਂ ਅੱਧਾ ਏਦਾਂ ਕਹਿ ਲਓ ਮੇਰੀ ਅੱਧੀ ਜ਼ਿੰਦਗੀ ਉਹ ਹੈ ਤੇ ਅੱਧੀ ਮੈਂ ਆ। ਜੇ ਉਹਨੇ ਹਿੰਦੂ ਹੀ ਰਹਿਣਾ ਹੈ ਤੇ ਮੈਂ ਮੁਸਲਮਾਨ ਬਣ ਜਾ ਤੇਰੇ ਆਖਿਲ, ਉਹ ਫਿਰ ਹਿੰਦੂ ਰਹਿ ਜਾਏ, ਇਸ ਕਰਕੇ ਮੈਂ ਉਦਾਂ ਹੀ ਠੀਕ ਆ, ਫਿਰ ਮੈਂ ਤਾਂ ਹਿੰਦੂ ਹੀ ਠੀਕ ਆ। ਪਰ ਹੁਣ ਇਹਦਾ ਮਤਲਬ ਇਹ ਨਹੀਂ ਕਬੀਰ ਸਾਹਿਬ ਹੁਣ ਆ ਨੁਕਤਾ ਵੇਖ ਕੇ ਅੱਛਾ ਕਬੀਰ ਸਾਹਿਬ ਫਿਰ ਹਿੰਦੂ ਸੀ। ਨਹੀਂ, ਜਿਹੜੀ ਗੱਲ ਆਪਾਂ ਪਿੱਛੇ ਪੜ੍ਹੀ ਸੀ ਨਾ, ਪੰਡਤ ਮੁੱਲਾ ਛਾਡੇ ਦੋ, ਪੰਡਿਤ ਮੁੱਲਾ ਜੋ ਲਿਖਦੀ ਆ ਉਹਨੂੰ ਵੀ ਧਿਆਨ 'ਚ ਰੱਖਿਓ। ਹੁਣ ਕਿਉਂਕਿ ਗੱਲ ਇੱਥੇ ਆਪਾਂ ਉਹਨੂੰ ਥੋੜਾ ਜਿਹਾ ਅਗਲੇਰਾ ਸ਼ਬਦ ਆਪਾਂ ਇਹ ਤਾਂ ਵਾਚਿਆ ਵੀ ਆਪਾਂ ਇਸ ਪੱਖ ਨੂੰ ਵੀ ਥੋੜਾ ਜਿਹਾ ਸਮਝ ਲਈਏ। ਕਈ ਵਾਰ ਐਂ ਲੱਗਦਾ ਅੱਛਾ ਇਹਦੇ ਨਾਲ ਨਹੀਂ, ਫਿਰ ਇਹਦੇ ਨਾਲ ਸੰਬੰਧ ਹੋਣਾ ਸਿੱਖਾਂ ਦਾ। ਨਹੀਂ, ਅਸੀਂ ਨਿਆਰੇਪਨ ਦੀ ਗੱਲ ਕਰਦੇ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਪੁਜਾਰੀ ਹਾਂ। ਅਰਧ ਸਰੀਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀਏ। ਛਾੜ ਕਤੇਬ ਰਾਮ ਭਜ ਬੌਰੇ। ਛੱਡ ਐਵੇਂ ਇਹ ਬਹਿਸ ਬੁਹਾਸੇ, ਸਾਡੇ ਸਿੱਖਾਂ ਨੂੰ ਵੀ ਕਿਤੇ ਗੱਲ ਸਮਝ ਲੱਗ ਜਾਏ। ਛੱਡ ਐਵੇਂ ਇਹ ਜ਼ਹਿਰਾਬਾਜ਼ੀਆਂ, ਛੱਡ ਐਵੇਂ ਉੱਚਾ ਨੀਵਾਂ ਵਿਖਾਉਣਾ ਕਿਸੇ ਨੂੰ। ਰਾਮ ਭਜ ਬੌਰੇ, ਕਮਲਿਆ ਰੱਬ ਨੂੰ ਚੇਤੇ ਕਰ। ਰਾਮ ਮੰਮੇ ਨੂੰ ਔਂਕੜ ਹੈ, ਇੱਕ ਪਰਮਾਤਮਾ, ਅਯੁੱਧਿਆ 'ਚ ਜੰਮਿਆ ਹੋਇਆ ਰਾਮ ਨਹੀਂ, ਇੱਕ ਪਰਮਾਤਮਾ ਨੂੰ ਚੇਤੇ ਕਰ ਕਮਲਿਆ। ਜ਼ੁਲਮ ਕਰਤ ਹੈ ਭਾਰੀ। ਕਿਉਂ ਆਪਣੇ ਨਾਲ ਧੱਕਾ ਕਰਦਾ ਹੈ? ਜ਼ੁਲਮ ਆਪਣੇ ਆਪ ਤੇ ਹੀ ਕਰਦਾ ਬੰਦਾ। ਵੇਖੋ, ਰੱਬ ਦੇ ਨਿਯਮਾਂ ਨੂੰ ਨਾ ਪਾਲ ਕੇ ਬੰਦਾ, ਕਈ ਬੰਦੇ ਕਹਿੰਦੇ ਭੁੱਖੇ ਰਹਿਣ ਨਾਲ ਰੱਬ ਮਿਲਦਾ। ਇਹਦਾ ਮਤਲਬ ਰੋਟੀ ਤੋਂ ਤੰਗ ਹੋਊਗਾ ਨਾ ਜਦੋਂ ਭੁੱਖ ਲੱਗੂਗੀ, ਤੇ ਇਹ ਤਾਂ ਜ਼ੁਲਮ ਕਰਦਾ ਤੂੰ ਆਪਣੇ ਆਪ ਤੇ। ਨੰਗੇ ਪੈਰੀ ਤੁਰਦੇ ਕਈ ਬੰਦੇ ਕਹਿੰਦੇ ਵੀ ਮੈਂ ਇਹ ਤਾਂ ਜ਼ੁਲਮ ਕਰਦਾ, ਧੱਕਾ ਕਰਦਾ ਆਪਣੇ ਆਪ ਨਾਲ। ਇਦਾਂ ਥੋੜੀ ਤੈਨੂੰ ਰੱਬ ਮਿਲਣਾ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜ਼ੁਲਮ ਨਾ ਕਰ, ਰੱਬ ਨੂੰ ਚੇਤੇ ਕਰ ਤੇ ਰੱਬ ਤੇਰੇ ਅੰਦਰ ਵਸਦਾ ਆ। ਕਬੀਰੇ ਪਕਰੀ ਟੇਕ ਰਾਮ ਕੀ। ਇੱਥੇ ਰਾਮ ਕੀ ਸ਼ਬਦ ਸੰਬੰਧ ਕੀ ਹੋਣ ਕਰਕੇ ਰਾਮ ਨੂੰ ਔਂਕੜ ਨਹੀਂ ਲੱਗਾ ਹੋਇਆ, ਪਰ ਅਰਥ ਇਹਦਾ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਤੁਰਕ ਰਹੇ ਪਚ ਹਾਰੀ। ਤੇਰੇ ਵਾਲੀ ਵਿਚਾਰਧਾਰਾ ਦਲੀਲ ਤੇ ਲੌਜਿਕ ਦੇ ਸਾਹਮਣੇ ਖਰੀ ਨਹੀਂ ਉਤਰਦੀ, ਇਸ ਕਰਕੇ ਮੈਂ ਤੇਰੇ ਵਾਲੀ ਨਹੀਂ ਮੰਨਦਾ। ਅਸੀਂ ਉਹਨਾਂ ਵਾਲੀ ਵੀ ਨਹੀਂ ਮੰਨਦੇ। ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਹਾਂ। जोगी गोरख गोरख करे, हिंदू राम नाम उचरै, मुसलमान का एक खुदाए, कबीर का स्वामी रहे असमाए। कबीर का जिहड़ा आ वो एक है, पर वो जर्रे जर्रे च वसदा है, हर थां ते वसदा आ। आओ नानक नाम लेवा सिखो, किते आपां अपने गुरु बाबे की विचारधारा नूं समझीए, इनू अपने घरां तक लैके जाइए, अपने हिरदियां तक लैके जाइए, दुनिया के लोगों नूं दसीए ये कितनी खूबसूरत और कितनी प्यारी विचारधारा है। आप सारिਆਂ ਦਾ ਧੰਨਵਾਦ। पिछले 3 ਦਿਨਾਂ ਤੋਂ ਆਪਾਂ इस टॉपिक ते चर्चा कर रहे सी। कल शाम नूं 7 ਵਜੇ मेरे नाल वीर मलकीत सिंह जी होणगे। ਆਪਾਂ इन्हां 3 चीज़ां ते 3 ਦਿਨਾਂ ਵਿੱਚ ਜਿਹੜੇ ਸ਼ਬਦ ਜਾਂ जिस टॉपिक ते गल कर रहे हैं ਇਹਦੇ ਨਾਲ ਸੰਬੰਧਿਤ ਜੇ ਤੁਹਾਡੇ ਕਿਸੇ ਵੀ ਵੀਰ ਭੈਣ ਦੇ ਸਵਾਲ ਹੋਣ ਤੇ ਨੰਬਰ ਜਿਹੜਾ ਆ ਤੁਸੀਂ ਵੇਖ ਪਾ ਰਹੇ ਹੋਵੋਗੇ
ਲਾਈਵ ਚੱਲਦਿਆਂ ਦੌਰਾਨ ਉਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ, ਮੈਸੇਂਜਰ ਤੇ ਮੈਸੇਜ ਭੇਜ ਸਕਦੇ ਹੋ, ਟਿੱਪਣੀ ਵਿੱਚ ਵੀ ਤੁਸੀਂ ਜਿਹੜਾ ਆਪਣਾ ਸਵਾਲ ਲਿਖ ਸਕਦੇ ਹੋ। ਕੱਲ ਸ਼ਾਮ ਨੂੰ 7 ਵਜੇ ਆਪਾਂ ਵਿਚਾਰ ਚਰਚਾ ਕਰਾਂਗੇ। ਤੁਹਾਡੇ ਸਵਾਲ ਹੋਣਗੇ, ਉਹਨਾਂ ਸਾਰੇ ਸਵਾਲਾਂ ਤੇ ਆਪਾਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂ, ਹੋਰ ਵੀ ਕੋਈ ਸਵਾਲ ਹੋਵੇ ਤੁਸੀਂ ਭੇਜ ਸਕਦੇ ਹੋ, ਪਰ ਕੋਸ਼ਿਸ਼ ਕਰਿਓ ਜਿਹੜੀਆਂ ਗੱਲਾਂ ਆਪਾਂ ਪਿਛਲੇ 3 ਦਿਨਾਂ ਤੋਂ ਕਰ ਰਹੇ ਹਾਂ ਵੀ ਇਹਦੇ ਨਾਲ ਸੰਬੰਧਿਤ ਜੇ ਸਵਾਲ ਹੋਣ ਤੇ ਜ਼ਿਆਦਾ ਸੌਖਾ ਆ, ਤਾਂ ਕਿ ਸਾਨੂੰ ਵੀ ਗੱਲ ਕਰਨੀ ਸੌਖੀ ਹੋਏਗੀ ਤੇ ਆਪਾਂ ਨੂੰ ਉਹਦੇ ਜਵਾਬ ਸੁਣਨੇ ਸਮਝਣੇ ਵੀ ਸੌਖੇ ਹੋਣਗੇ। ਤੇ ਠੀਕ ਇਸੇ ਤਰ੍ਹਾਂ ਫਿਰ ਅਗਲੇ ਹਫਤੇ ਸ਼ੁੱਕਰ, ਸ਼ਨੀ ਤੇ ਐਤਵਾਰ ਸ਼ਾਮ ਨੂੰ 7 ਵਜੇ ਆਪਾਂ ਇੱਕ ਨਵਾਂ ਵਿਸ਼ਾ ਚੁਣਾਂਗੇ ਤੇ 3 ਦਿਨ ਉਸ ਵਿਸ਼ੇ ਤੇ ਗੁਰਬਾਣੀ ਦੇ ਸ਼ਬਦਾਂ ਵਿੱਚ ਸ਼ਬਦ ਵਿਚਾਰ ਦੇ ਰਾਹੀਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਰਿਆਂ ਦਾ ਧੰਨਵਾਦ, ਸ਼ੁਕਰਾਨਾ। ਭੁੱਲਾਂ ਚੁੱਕਾਂ ਲਿਖੇ ਮਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।